वाहिगुरु साहिब जी। दुई कर जोड़ मांगो एक दाना, साहिब तुठै पावा। सास सास नानक आराधे, आठ पहर गुण गावा। बद बखत हम चो बखील गाफल, बे नजर बेबाक। नानक बगोयत जन तुरा, तेरे चाकरा पाखाक। परम सन्मानयोग जुगो जुग अटल तख्त चबर दे मालक, धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाएमान सत संगी जनों ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਬੈਠ ਕੇ ਗੁਰੂ ਚਰਨਾਂ ਦੀ ਬਖਸ਼ਿਸ਼ ਮਾਣ ਰਹੇ ਹੋ। ਅੱਜ ਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਆਖਿਆ ਵਿੱਚੋਂ ਅੰਮ੍ਰਿਤ ਬੋਲ ਨੇ ਪਾਠ ਆਪ ਜੀ ਨੇ ਮੂਲ ਰੂਪ ਵਿੱਚ ਸਿੰਘ ਸਾਹਿਬ ਜੀ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ। ਆਓ ਇਸ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਇੱਕ ਵਾਰ ਗੁਰੂ ਬਖਸ਼ੀ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਨੇ 3 ਉਦਾਹਰਨਾਂ ਦਿੱਤੀਆਂ ਗੁਰਬਾਣੀ ਦੀ ਵਿਚਾਰ ਦੇ ਸੰਬੰਧ ਵਿੱਚ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਕੋਈ ਬੰਦਾ ਸਮੁੰਦਰ ਦੇ ਕੰਢੇ ਜਾਂਦਾ ਹੈ ਤੇ ਉਹ ਕਿਨਾਰੇ ਤੇ ਫੇਰਾ ਪਾ ਕੇ ਵਾਪਸ ਪਰਤ ਕੇ ਜਦੋਂ ਆਉਂਦਾ ਹੈ ਤੇ ਉਹਨੂੰ ਆਏ ਨੂੰ ਪੁੱਛੋ ਵੀ ਤੂੰ ਸਮੁੰਦਰ ਦੇ ਕੰਢੇ ਗਿਆ ਕੀ ਵੇਖਿਆ, ਤੇ ਬੰਦਾ ਕਹੇਗਾ ਵੀ ਪਾਣੀ ਬੇਅੰਤ ਸੀ, ਲਹਿਰਾਂ ਵਗਦੀਆਂ ਸਨ, ਲੋਕ ਕੰਢੇ ਤੇ ਸੈਰ ਕਰ ਰਹੇ ਸਨ, ਕਈ ਤਰ੍ਹਾਂ ਦੇ ਸ਼ਬਦ ਵਰਤੇਗਾ। ਪਰ ਕਹਿਣ ਲੱਗੇ ਜਦੋਂ ਕੋਈ ਸੂਝ ਵਾਲਾ ਜਿਸ ਪੁਰਖ ਨੂੰ ਡੂੰਘੀ ਚੁੱਭੀ ਮਾਰਨ ਦੀ ਜਾਚ ਹੈ ਸਮੁੰਦਰ ਦੇ ਕੰਢੇ ਜਾਏ, ਉਹਨੇ ਸਮੁੰਦਰ ਦੇ ਪਾਣੀ ਵਿੱਚ ਡੂੰਘੀ ਚੁੱਭੀ ਮਾਰ ਕੇ ਤੇ ਸਮੁੰਦਰ ਵਿੱਚੋਂ ਕੀਮਤੀ ਪਦਾਰਥ ਕੱਢ ਕੇ ਰਤਨ ਆਦਿ ਕੱਢ ਕੇ ਪ੍ਰਗਟ ਕਰਕੇ ਲੋਕਾਂ ਨੂੰ ਵਿਖਾਇਆ। ਤੇ ਪਹਿਲਾ ਬੰਦਾ ਝਗੜਾ ਕਰਕੇ ਕਹੇ ਵੀ ਗਿਆ ਤੇ ਮੈਂ ਵੀ ਸਾਂ, ਮੈਨੂੰ ਮਿਲੇ ਕੋਈ ਨਹੀਂ, ਤੈਨੂੰ ਸਮੁੰਦਰ ਵਿੱਚੋਂ ਮੋਤੀ ਕਿਵੇਂ ਮਿਲ ਗਏ? ਤਾਂ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਭਲਿਆ ਤੂੰ ਕਿਨਾਰੇ ਤੋਂ ਮੁੜਨ ਵਾਲਾ ਹੈ, ਇਹਨੂੰ ਡੂੰਘੀ ਚੁੱਭੀ ਮਾਰਨ ਦੀ ਜਾਤ ਹੈ, ਅੰਤਰ ਹੈ ਜਾਣ ਜਾਣ ਵਿੱਚ। ਦੂਸਰਾ ਸ਼ਬਦ ਵਰਤਿਆ, ਕਹਿਣ ਲੱਗੇ ਇੱਕ ਬੰਦਾ ਜੰਗਲ ਵਿੱਚ ਜਾਏ ਤੇ ਅਣਜਾਣ ਬੰਦੇ ਲਈ ਜੰਗਲ ਉਜਾੜੇ, ਉਹ ਕਹੇਗਾ ਬੇਤਰਤੀਬੇ ਰੁੱਖ ਖਲੋਤੇ ਨੇ, ਕੰਡੇ ਨੇ, ਝਾੜੀਆਂ ਨੇ, ਉਜਾੜ ਹੈ। ਤੇ ਜਦੋਂ ਕੋਈ ਗਿਆਤ ਵਾਲਾ ਸੂਝ ਬਣ ਜਾਂਦਾ ਹੈ, ਭਾਈ ਸਾਹਿਬ ਕਹਿਣ ਲੱਗੇ ਉਹ ਜੰਗਲ ਵਿੱਚੋਂ ਚੰਦਨ, ਸੌਂਦਾ, ਕਪੂਰ ਤੇ ਆਦਿਕ ਬੇਅੰਤ ਕੀਮਤੀ ਰੁੱਖ ਤੇ ਜੜੀਆਂ ਬੂਟੀਆਂ ਲੱਭ ਕੇ ਫਿਰ ਕਈ ਰੋਗਾਂ ਦਾ ਇਲਾਜ ਵੀ ਕਰਦਾ ਹੈ। ਤੀਸਰਾ ਵਚਨ ਵਰਤਿਆ, ਕਹਿਣ ਲੱਗੇ ਇਸੇ ਤਰ੍ਹਾਂ ਕੋਈ ਬੰਦਾ ਪਹਾੜਾਂ ਤੇ ਜਾਏ, ਇੱਕ ਬੰਦੇ ਲਈ ਪਹਾੜ ਕੇਵਲ ਪੱਥਰ ਨੇ, ਅਸਮਾਨ ਨੂੰ ਛੂੰਹਦੇ ਪਏ ਨੇ, ਤੇ ਜਦੋਂ ਕਦੀ ਖਨਵਾਰਿਆਂ ਨੂੰ ਪੁੱਛ ਕੇ ਵੇਖੀ ਜਿਹੜੇ ਪਹਾੜਾਂ ਨੂੰ ਖੋਦਦੇ ਆ, ਖਨਵਾਰੇ ਪਹਾੜਾਂ ਨੂੰ ਖੋਦਣ ਤੋਂ ਬਾਅਦ ਉਹਨਾਂ ਵਿੱਚੋਂ ਕੀਮਤੀ ਧਾਤਾਂ ਕੱਢ ਕੇ, ਕੀਮਤੀ ਪਦਾਰਥ ਕੱਢ ਕੇ ਲੁਕਾਈ ਸਾਹਮਣੇ ਪ੍ਰਗਟ ਕਰਕੇ ਆਖਦੇ ਇਹ ਪਹਾੜ ਖੋਦੇ ਤੋਂ ਪ੍ਰਾਪਤ ਹੋਇਆ। ਇੱਕ ਲਈ ਪਹਾੜ ਕੇਵਲ ਅਸਮਾਨ ਨੂੰ ਛੂੰਹਦਾ ਪਿਆ ਹੈ, ਇੱਕ ਪੁਰਖ ਲਈ ਪਹਾੜ ਕੇਵਲ ਪੱਥਰ ਦੀ ਨਿਆਈ ਹੈ,
पर खनवारा ਉਹਦੇ ਵਿੱਚੋਂ ਕੀਮਤੀ ਧਾਤ ਪ੍ਰਗਟ ਕਰਦਾ ਹੈ। ਤੇ ਤਿੰਨ ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਨੇ ਇੱਕ ਚੌਥਾ ਬਚਨ ਕਿਹਾ, ਕਹਿ ਲੱਗੇ ਭਲਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਜੇ ਕੋਈ ਭਾਵਨਾ ਨਾਲ ਸੁਣ ਪੜ ਵਿਚਾਰ ਲਵੇ ਤੇ ਇਹਦੇ ਵਿੱਚ ਹਰ ਅੰਮ੍ਰਿਤ ਖਜ਼ਾਨਾ ਪਿਆ ਹੈ। ਸ਼ਰਤ ਇਹ ਵੀ ਕਿ ਇਸ ਅੰਮ੍ਰਿਤ ਬਾਣੀ ਨੂੰ ਗੁਰੂ ਕੀ ਕਿਰਪਾ ਨਾਲ ਇਹਨੂੰ ਵਿਚਾਰ ਕੇ ਅੰਤਰ ਆਤਮੇ ਤੋਂ ਖੋਜਣਾ ਪਏਗਾ। ਸ਼ਬਦ ਉਹਨਾਂ ਵਰਤੇ ਵੀ ਜਾਣ ਵਿੱਚ ਬੜਾ ਅੰਤਰ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ ਵਿਚਾਰ ਕੇ ਤੇ ਇਹਨੂੰ ਅਮਲ ਕੀਤਿਆਂ ਜਿਹੜੀ ਵੀ ਵਸਤੂ ਦੀ ਤੂੰ ਦਾਤ ਚਾਹੁੰਦਾ ਉਹ ਤੈਨੂੰ ਪ੍ਰਾਪਤ ਹੋ ਜਾਏਗੀ। ਭਾਈ ਸਾਹਿਬ ਜੀ ਦਾ ਬਚਨ ਹੁੰਦਾ ਹੈ, ਕਹਿ ਲੱਗੇ ਜੈਸੇ ਤੂੰ ਸਕਲ ਨਿਧ ਪੂਰਨ ਸਮੁੰਦਰ ਵਿਖੈ ਹੰਸ ਮਰਜੀਵਾ ਨੇਚੈ ਪ੍ਰਸਾਦ ਪਾਵਈ। ਜੈਸੇ ਬਨ ਵਿਖੈ ਮਲਿਆਗਰ ਸੌਂਦਾ ਕਪੂਰ ਸੋਧ ਕੈ ਸੁਭਾਸੀ ਸੁਭਾਸ ਬਹਿਸਾਵਈ। ਜੈਸੇ ਪਰਬਤ ਹੀਰਾ ਮਾਨਕ ਪਾਸ ਸਿੱਧ ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਜਿਹੜਾ ਖੋਜੇਗਾ ਉਹਨੂੰ ਪ੍ਰਾਪਤੀ ਹੋਵੇਗੀ। ਅੱਜ ਦੇ ਅੰਮ੍ਰਿਤ ਬਾਣੀ ਦੇ ਇਸ ਅੰਮ੍ਰਿਤ ਬਚਨ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 323 ਅੰਗ ਤੇ ਸੁਸ਼ੋਭਿਤ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਕਿਰਪਾ ਵਰਤਾ ਰਹੇ ਨੇ। ਮਹਾਰਾਜ ਆਰੰਭਦੇ ਆ ਸ਼ਲੋਕ ਮਹੱਲਾ ਪੰਜਵਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਦੇ ਅੰਮ੍ਰਿਤ ਬੋਲ ਨੇ। ਕਹਿਣ ਲੱਗੇ ਧੰਦੜੇ ਕੁਲਾਹ ਚਿਤ ਨ ਆਵੇ ਹੀਕੜੋ। ਇੱਥੇ ਧੰਦੜੇ ਦਾ ਅਰਥ ਕੋਝੇ ਧੰਦੇ। ਕੋਝੇ ਧੰਦੇ ਦਾ ਭਾਵ ਮਾੜੇ ਕਰਮ ਕਰਨੇ, ਮਾੜਾ ਧੰਦਾ ਕਰਨਾ। ਧੰਦੜੇ ਕੁਲਾਹ ਇੱਕ ਸ਼ਬਦ ਹੁੰਦਾ ਜੀ ਲਾਹਾ, ਲਾਹਾ ਤੇ ਇਹ ਸ਼ਬਦ ਵਰਤਿਆ ਕੁਲਾਹ। ਲਾਹਾ ਉਹਦਾ ਆਖਰੀ ਅਰਥ ਹੁੰਦਾ ਜਿਸ ਵਿੱਚੋਂ ਕੁਝ ਖਟਿਆ ਜਾਏ। ਕੁਲਾਹ ਦਾ ਅਰਥ ਜਿਹਦੇ ਵਿੱਚੋਂ ਕੁਝ ਖਟਿਆ ਨਾ ਜਾਏ, ਮਨ ਕੀ ਮਨੁੱਖ ਕੁਝ ਨਾ ਕੁਝ ਗਵਾ ਦੇਵੇ। ਮਹਾਰਾਜ ਕਹਿੰਦੇ ਕੋਝੇ ਧੰਦੇ ਜਿਹੜੇ ਨੇ ਉਹਨਾਂ ਵਿੱਚ ਕੋਈ ਲਾਹਾ ਨਹੀਂ ਹੁੰਦਾ, ਹਾਲਾਂਕਿ ਉੱਥੇ ਘਾਟਾ ਪੈਂਦਾ ਹੈ। ਧੰਦੜੇ ਕੁਲਾਹ ਮਹਾਰਾਜ ਕੀ ਘਾਟਾ ਪੈਂਦਾ? ਕਹਿਣ ਲੱਗੇ ਚਿਤ ਨਾ ਆਵੇ ਹੇਕੜੋ। ਹੇਕੜੋ ਦਾ ਇੱਥੇ ਅਰਥ ਇੱਕ ਪਰਮਾਤਮਾ। ਕਹਿਣ ਲੱਗੇ ਭਾਈ ਮਾੜਾ ਧੰਦਾ ਕੀਤਿਆਂ, ਮਾੜਾ ਕਰਮ ਕੀਤਿਆਂ ਤੈਨੂੰ ਜੀਵਨ ਵਿੱਚ ਘਾਟੇ ਪੈਣਗੇ ਤੇ ਤੇਰੀ ਸੁਰਤ ਵਿੱਚ ਇੱਕ ਪਰਮਾਤਮਾ ਚੇਤੇ ਨਹੀਂ ਆਏਗਾ, ਬਲਕਿ ਤੇਰੇ ਚਿੱਤ ਵਿੱਚੋਂ ਉਹਨੇ ਵਿਸਰ ਜਾਣਾ ਹੈ। ਤਾਂ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੋ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਮੋਹੇ ਐਸੇ ਬਣ ਜਿਸੋ ਨਹੀਨ ਕਾਜ ਜਿਹ ਘਟੈ ਮੂਲ ਨਿਤ ਵੱਢੈ ਵਿਆਜ। ਇਹਦੇ ਅਰਥ ਨੇ ਸਤਿਗੁਰੂ ਕਹਿਣ ਲੱਗੇ ਮੈਂ ਇਹੋ ਜਿਹਾ ਵਣਜ ਵਪਾਰ ਨਹੀਂ ਕਰਨਾ ਚਾਹੁੰਦਾ ਜਿੱਥੇ ਮੂਲ ਘਟ ਜਾਏ ਵਿਆਜ ਵੱਧ ਜਾਏ। ਮੂਲ ਦਾ ਅਰਥ ਜਿੱਥੇ ਪਰਮੇਸ਼ਵਰ ਦੇ ਦਿੱਤੇ ਸਵਾਸ ਰੱਬੀ ਨਾਮ ਤੋਂ ਬਿਨਾਂ ਵਿਅਰਥ ਚਲੇ ਜਾਣ ਤੇ ਬਕਾਰਾਂ ਦਾ ਵਿਆਜ ਜੀਵਨ ਵਿੱਚ ਵੱਧ ਜਾਏ। ਸਤਿਗੁਰੂ ਕਹਿਣ ਲੱਗੇ ਇਹੋ ਜਿਹਾ ਧੰਦਾ, ਇਹੋ ਜਿਹਾ ਕਰਮ ਕਦੀ ਨਾ ਕਰੀ ਜਿੱਥੇ ਤੇਰੇ ਜੀਵਨ ਵਿੱਚੋਂ ਕੀਮਤੀ ਸਵਾਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਿਅਰਥ ਚਲੇ ਜਾਣ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਦੁਨੀਆ ਵਿੱਚ ਆਦਿ ਕਾਲ ਤੋਂ ਲੈ ਕੇ 4 ਤਰ੍ਹਾਂ ਦੇ ਧੰਦੇ ਕਹਿ ਲਓ, ਕੰਮ ਕਹਿ ਲਵੋ, ਕਰਮ ਕਹਿ ਲਵੋ, ਪਹਿਲਾਂ ਸਨ ਤੇ 4 ਹੀ ਤਰ੍ਹਾਂ ਦੇ ਅੱਜ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਬਾਣੀ ਅੰਦਰ, ਮਹਾਰਾਜ ਨੇ ਉਹਨਾਂ 4 ਨੂੰ ਸਮਝਾਇਆ, ਮਨੁੱਖਤਾ ਨੂੰ ਉਪਦੇਸ਼ ਦਿੱਤਾ। ਪਹਿਲਾ ਬਚਨ ਵਰਤਦੇ ਆ ਕਿ ਇੱਕ ਧੰਦਾ ਹੈ, ਕਰਮ ਹੈ ਜ਼ਿਮੀਂਦਾਰਾ, ਖੇਤੀ ਕਰਨੀ। ਤੇ ਜ਼ਿਮੀਂਦਾਰ ਨੂੰ ਮਹਾਰਾਜ ਕਹਿੰਦੇ ਭਾਈ ਜਿੱਥੇ ਤੂੰ ਬਾਹਰੀ ਤੌਰ ਤੇ ਖੇਤੀ ਕਰਦਾ ਨਾ, ਕਿਰਤ ਕਰਦਾ ਆਪਣੀ, ਉੱਥੇ ਆ ਮੈਂ ਤੈਨੂੰ ਨਾਲ ਨਾਲ ਅੰਦਰ ਦੀ ਖੇਤੀ ਕਰਨ ਦੀ ਜਾਚ ਦੱਸਾਂ। ਉਹ ਸ਼ਬਦ ਵਰਤਦੇ ਆ ਮਹਾਰਾਜ, ਕਹਿਣ ਲੱਗੇ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਹਦੇ ਜਿਹੜੇ ਅਰਥ ਨੇ, ਕਹਿਣ ਲੱਗੇ ਜ਼ਿਮੀਂਦਾਰ ਕੋਲ ਖੇਤ ਹੈ, ਉਹ ਖੇਤ ਵਿੱਚ ਪਾਣੀ ਲਾਉਂਦਾ ਹੈ, ਸੁਹਾਗਾ ਫੇਰਦਾ ਹੈ, ਬਾੜ ਕਰਦਾ ਹੈ, ਜਾਂ ਜ਼ਿਮੀਂਦਾਰ ਉਹਦੇ ਅੰਦਰ ਉਦਮੀ ਬਣ ਕੇ ਹਲ ਵਾਹੁੰਦਾ ਹੈ। ਇਹ ਕਰਮ ਜ਼ਿਮੀਂਦਾਰ ਕਰਦਾ ਹੈ। ਸਤਿਗੁਰੂ ਕਹਿਣ ਲੱਗੇ ਐ ਜ਼ਿਮੀਂਦਾਰ ਬੰਦੇ
ਇੱਕ ਤੂੰ ਕੰਮ ਕਰ, ਆਪਣੇ ਮਨ ਨੂੰ ਹਾਲੀ ਦੀ ਤਰ੍ਹਾਂ ਉਦਮੀ ਬਣਾ। ਮਨ ਹਾਲੀ, ਕਿਰਸਾਨੀ ਕਰਨੀ, ਕਰਨੀ ਦਾ ਭਾਵ ਉੱਚਾ ਆਚਰਣ ਬਣਾ, ਇਹ ਤੇਰੀ ਕਿਰਸਾਨੀ ਬਣ ਜਾਏ। ਮਨ ਨੂੰ ਉਦਮੀ ਬਣਾ, ਮਨ ਨੂੰ ਉਦਮੀ ਬਣਾ ਕੇ ਉੱਚਾ ਆਚਰਣ ਤੇਰੀ ਕਿਰਸਾਨੀ ਬਣ ਜਾਏ। ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਤਨ ਖੇਤ ਦਾ ਅਰਥ ਆ ਜਿਹੜਾ ਤੇਰਾ ਸਰੀਰ ਹੈ, ਜਿਵੇਂ ਤੂੰ ਬਾਹਰੀ ਖੇਤ ਵਿੱਚ ਬੀਜ ਪਾਉਣਾ, ਖੇਤੀ ਕਰਦਾ, ਆ ਸਰੀਰ ਮੰਨੋ ਤੇਰਾ ਖੇਤ ਦੀ ਤਰ੍ਹਾਂ। ਤੇ ਨਾਲ ਬਚਨ ਵਰਤੇ, ਇਹਨੂੰ ਸ਼ਰਮ ਦਾ ਪਾਣੀ ਲਾ। ਇਹਦੇ ਅਰਥ ਵਿਦਵਾਨ ਪੁਰਖਾਂ ਦੋ ਢੰਗਾਂ ਨਾਲ ਕੀਤੇ। ਇੱਕ ਤੇ ਕਿਹਾ ਤੂੰ ਮਿਹਨਤ ਕਰ, ਤੇ ਇੱਕ ਕਿਹਾ ਤੂੰ ਬਕਾਰਾਂ ਵਾਲੇ ਪਾਸੇ ਤੋਂ ਸ਼ਰਮ ਕਰਿਆ ਕਰ। ਬਕਾਰਾਂ ਵਾਲੇ ਪਾਸੇ ਤੋਂ ਕਿਨਾਰਾ ਕਰਕੇ ਇਹਨੂੰ ਅੰਤਰ ਆਤਮੇ ਨੂੰ ਪਾਣੀ ਲਾ। ਸ਼ਬਦ ਵਰਤੇ ਤਨ ਖੇਤ ਹੈ, ਤੇ ਇਸ ਤਨ ਰੂਪੀ ਖੇਤ ਅੰਦਰ ਸ਼ਰਮ ਰੂਪੀ ਮਿਹਨਤ ਰੂਪੀ ਜਲ ਲਾ ਕੇ ਆਪਣੇ ਮਨ ਨੂੰ ਉਦਮੀ ਬਣਾ ਕੇ ਤੇ ਫਿਰ ਅਗਲਾ ਕਰਮ ਕਰ। ਤਨ ਰੂਪੀ ਖੇਤ ਅੰਦਰ ਨਾਮ ਬੀਜ, ਸੰਤੋਖ ਸੁਹਾਗਾ, ਇਹਦੇ ਅੰਦਰ ਨਾਮ ਦਾ ਬੀਜ ਪਾ। ਜਿਵੇਂ ਬਾਹਰ ਧਰਤੀ ਵਿੱਚ ਬੀਜ ਪਾਉਣਾ, ਇਸੇ ਤਰ੍ਹਾਂ ਆਪਣੇ ਅੰਤਰ ਆਤਮੇ ਨਾਮ ਦਾ ਬੀਜ ਪਾ। ਨਾਮ ਬੀਜ, ਸੰਤੋਖ ਸੁਹਾਗਾ, ਫਿਰ ਸੰਤੋਖੀ ਬਿਰਤੀ ਧਾਰਨ ਕਰੀ। ਜ਼ਿਮੀਂਦਾਰ ਬੀਜ ਪਾ ਕੇ ਉੱਪਰੋਂ ਸੁਹਾਗਾ ਫੇਰਦੇ ਸਨ ਪਹਿਲਾਂ, ਕਿ ਬੀਜ ਜਾਨਵਰ ਪੰਛੀ ਚੋਕੇ ਨਾ ਲੈ ਜਾਣ। ਮਾਰੇ ਕਹਿਣ ਲੱਗੇ ਨਾਮ ਦਾ ਬੀਜ ਪਾਵੀਂ ਹਿਰਦੇ ਅੰਦਰ। ਫਿਰ ਪਰਤ ਕੇ ਮਹਾਰਾਜ ਕਹਿਣ ਲੱਗੇ ਸੰਤੋਖੀ ਬਿਰਤੀ ਵੀ ਰੱਖੀ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਤੇ ਜ਼ਿਮੀਂਦਾਰ ਨੇ ਬਾੜ ਕਰਨੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੂੰ ਨਿਮਰਤਾ ਦੀ ਬਾੜ ਆਪਣੇ ਜੀਵਨ ਵਿੱਚ ਕਰ। ਬਾਹਰੀ ਖੇਤੀ ਦੇ ਨਾਲ ਨਾਲ ਤੇਰੇ ਅੰਦਰ ਦੀ ਖੇਤੀ ਪ੍ਰਫੁੱਲਤ ਹੋਏਗੀ। ਫਿਰ ਭਾਉ ਕਰਮ ਕਰ ਜਮਸੀ, ਸੇ ਘਰ ਭਾਗਤ ਦੇਖ। ਫਿਰ ਵੇਖੀ ਤੇਰੀ ਬਾਹਰੀ ਖੇਤੀ ਦੇ ਨਾਲ ਅੰਤਰ ਆਤਮੇ ਵੀ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਜਾਏਗਾ। ਮੈਂ ਬੇਨਤੀ ਕਹਿ ਰਿਹਾ, ਜ਼ਿਮੀਂਦਾਰ ਧੰਦਾ ਕਿਰਤ ਕਰਦਾ ਹੈ, ਸਤਿਗੁਰੂ ਨੇ ਉਹਨੂੰ ਵੀ ਕਿਹਾ ਭਾਈ ਅੰਦਰ ਦੀ ਖੇਤੀ ਲਾਹੇ ਵਾਲੀ ਖੇਤੀ ਕਰ। ਦੂਸਰਾ ਜਿਹੜਾ ਧੰਦਾ ਹੈ, ਕੰਮ ਕਹਿ ਲੂ, ਕਰਮ ਕਹਿ ਲਵੋ, ਉਹ ਜੀ ਦੁਕਾਨਦਾਰੀ। ਤੇ ਸਤਿਗੁਰੂ ਮਹਾਰਾਜ ਨੇ ਦੁਕਾਨਦਾਰ ਨੂੰ ਵੀ ਕਿਹਾ, ਕਹਿਣ ਲੱਗੇ ਭਾਈ ਜਿਵੇਂ ਤੇਰੇ ਕੋਲ ਆਪਣੀ ਦੁਕਾਨ ਹੈ, ਦੁਕਾਨ ਵਿੱਚ ਤੂੰ ਭਾਂਡਿਆਂ ਵਿੱਚ, ਕੱਚ ਦੇ ਭਾਂਡਿਆਂ ਵਿੱਚ ਵਸਤੂਆਂ ਪਾ ਕੇ ਰੱਖਦਾ ਹੈ ਕਿ ਆਉਣ ਵਾਲੇ ਗਾਹਕ ਨੂੰ ਪਤਾ ਲੱਗ ਜਾਏ ਇਹਦੀ ਦੁਕਾਨ ਵਿੱਚ ਆਹ ਸਾਜੋ ਸਮਾਨ ਪਿਆ ਹੈ। ਫਿਰ ਮਹਾਰਾਜ ਕਹਿਣ ਲੱਗੇ ਤੂੰ ਨਿਤਾ ਪ੍ਰਤੀ ਆਈ ਜਾਈ ਜਾ ਰਿਹਾ ਹੈ, ਤੇ ਇੱਕ ਕਰਮ ਕਰ ਬੰਦੇ, ਉਮਰ ਤੇਰੀ ਲੰਘਦੀ ਪਈ ਆ ਆਪਣੇ ਸਰੀਰ ਨੂੰ ਮਾਨੋ ਦੁਕਾਨ ਦੀ ਤਰ੍ਹਾਂ ਜਾਣ, ਤੇ ਸੁਰਤ ਨੂੰ ਭਾਂਡਾ ਬਣਾ ਲੈ। ਜਿਵੇਂ ਦੁਕਾਨ ਵਿੱਚ ਭਾਂਡੇ ਵਿੱਚ ਵਸਤੂਆਂ ਪਾਈਆਂ, ਤੂੰ ਸੁਰਤ ਦੇ ਭਾਂਡੇ ਵਿੱਚ ਨਾਮ ਦੀ ਵਸਤੂ ਪਾਈ। ਸੱਚ ਦਾ ਵਪਾਰ ਕਰੀ ਤੇ ਵਣਜਾਰਿਆਂ ਨਾਲ ਵਣਜ ਕਰਕੇ ਜੀਵਨ ਦਾ ਲਾਹਾ ਪ੍ਰਾਪਤ ਕਰੀ। ਮਹਾਰਾਜ ਨੇ ਦੁਕਾਨਦਾਰ ਨੂੰ ਵੀ ਕਿਹਾ ਬਾਹਰੀ ਦੁਕਾਨ ਦੇ ਨਾਲ ਨਾਲ ਸੁਰਤ ਭਾਂਡੇ ਵਿੱਚ ਨਾਮ ਟਿਕਾ ਕੇ ਤੇ ਸੱਚ ਦਾ ਵਪਾਰ ਕਰ। ਸ਼ਬਦ ਉੱਥੇ ਵੀ ਵਰਤਿਆ, ਹਾਨ ਹਟ ਕਰ ਆਰਜਾ, ਸੱਚ ਨਾਮ ਕਰ ਵਚ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸਨੋ ਰੱਖ, ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ। ਫਿਰ ਤੂੰ ਆਪਣੀ ਕਿਰਤ ਕਾਰ ਕਰਦਿਆਂ, ਧੰਦਾ ਕਰਦਿਆਂ, ਕੰਮ ਕਰਦਿਆਂ ਤੈਨੂੰ ਜੀਵਨ ਦਾ ਲਾਹਾ ਪ੍ਰਾਪਤ ਹੋਏਗਾ। ਫਿਰ ਮਹਾਰਾਜ ਨੇ ਇੱਕ ਤੀਜਾ ਬਚਨ ਕਿਹਾ ਜੀ, ਤੀਜਾ ਬਚਨ ਵਰਤਿਆ ਵਪਾਰ ਕਰਨ ਵਾਲੇ ਨੂੰ। ਵੇਖੋ ਚਾਰ ਹੀ ਧੰਦੇ ਨੇ। ਤੀਜਾ ਵਪਾਰੀ ਨੂੰ ਕਿਹਾ, ਐ ਵਪਾਰੀ ਬੰਦੇ, ਜਦੋਂ ਤੂੰ ਕਿਸੇ ਮੰਡੀ ਤੇ ਵਸਤੂ ਖਰੀਦਣ ਜਾਂ ਵੇਚਣ ਜਾਣਾ, ਤੂੰ ਤੁਰਨ ਲੱਗਿਆ ਆਪਣੇ ਘਰ ਵਿੱਚੋਂ ਕੁਝ ਮਾਇਆ ਕਹਿ ਲੋ, ਕੁਝ ਟਕੇ ਰਾਹ ਦੀ ਪੂੰਜੀ ਇਕੱਤਰ ਕਰਕੇ ਤੁਰਦਾ। ਜੇ ਪੂੰਜੀ ਕੋਲ ਹੋਏਗੀ ਤੇ ਮੰਡੀ ਤੇ ਜਾ ਕੇ ਕੁਝ ਖਰੀਦੇਗਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਐ ਵਪਾਰੀ ਤੂੰ ਨਾਲ ਨਾਲ ਧਾਰਮਿਕ ਗ੍ਰੰਥਾਂ ਦਾ ਪਵਿੱਤਰ ਉਪਦੇਸ਼ ਸੁਣਿਆ ਕਰ। ਤੇ ਨਾਲ ਬਚਨ ਵਰਤਿਆ, ਕਹਿਣ ਲੱਗੇ ਚੰਗੇ ਕਰਮਾਂ ਦੀ ਪੂੰਜੀ ਆਪਣੇ ਜੀਵਨ ਵਿੱਚ ਨਾਲ ਇਕੱਤਰ ਕਰ ਲੈ। ਜਦੋਂ ਚੰਗੇ ਕਰਮਾਂ ਦੀ ਪੂੰਜੀ ਕਰੇਗਾ ਇਕੱਤਰ, ਤੇ ਧਾਰਮਿਕ ਪਵਿੱਤਰ ਗ੍ਰੰਥਾਂ ਦਾ ਉਪਦੇਸ਼ ਸੁਣ ਕੇ ਕਮਾਏਗਾ, ਸੱਚ ਜਾਣੀ ਤੈਨੂੰ ਲੋਕ ਵਿੱਚ ਵੀ ਲਾਹਾ ਮਿਲਣਾ ਤੇ ਤੈਨੂੰ ਨਿਰੰਕਾਰ ਦੇ ਘਰ ਪਰਮਾਤਮਾ ਦਾ ਦਰ ਤੋਂ ਵੀ ਲਾਹਾ ਮਿਲਣਾ। ਸ਼ਬਦ ਉੱਥੇ ਵੀ ਵਰਤਿਆ,
कहणगे सुन सास्त सौदागरी, 7 घोड़े लै चल, खर्च बन चंगियाइयां, मत मन जाने कल, निरंकार कै देश जाहे, तां सुख लहे महल। हुण चौथा महाराज ने बचन वरत्या जी, ਉਹ ਵਰਤਿਆ ਨੌਕਰੀ ਕਰਨ ਵਾਲੇ ਨੂੰ। 4 ਹੀ ਧੰਦੇ, ਜ਼ਿਮੀਂਦਾਰਾ, ਦੁਕਾਨਦਾਰ, ਵਪਾਰੀ ਤੇ ਨੌਕਰੀ ਕਰਨ ਵਾਲਾ। ਨੌਕਰੀ ਵਾਲੇ ਨੂੰ ਆਖਿਆ ਭਲਿਆ, ਜਿੱਥੇ ਤੂੰ ਬਾਹਰੀ ਚਾਕਰੀ ਕਰਦਾ ਹੈ ਉੱਥੇ ਆਪਣੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਤੇ ਉਸ ਮਾਲਕ ਦੇ ਦਰ ਦੀ ਸੱਚੀ ਚਾਕਰੀ ਵੀ ਕਰਿਆ ਕਰ। ਸ਼ਬਦ ਵਰਤੇ ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ, ਤੇ ਆਪਣੇ ਜੀਵਨ ਵਿੱਚੋਂ ਬਦੀਆਂ ਨੂੰ ਰੋਕ, ਬਕਾਰਾਂ ਨੂੰ ਰੋਕ, ਬਨ ਬਦੀਆਂ ਕਰ ਧਾਵਨੀ, ਤਾਕੋ ਆਖੈ ਧਨ। ਜਿਹੜਾ ਬੰਦਾ ਬਾਹਰੀ ਚਾਕਰੀ ਕਰਦਿਆਂ ਤੇ ਗੁਰੂ ਕੀ ਟੇਕ ਲੈ ਕੇ ਆਪਣੇ ਅੰਤਰ ਆਤਮੇ ਨੂੰ ਬਦੀਆਂ ਤੋਂ, ਬਕਾਰਾਂ ਤੋਂ ਰੋਕ ਕੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਵਰਜ ਕੇ ਤੇ ਸੱਚੇ ਨਾਮ ਨਾਲ ਆਪਣੀ ਸੁਰਤ ਜੋੜ ਕੇ ਉਸ ਸੱਚੇ ਮਾਲਕ ਦੀ ਚਾਕਰੀ ਕਰਦਾ ਹੈ। ਸਤਿਗੁਰੂ ਕਹਿਣ ਲੱਗੇ, ਨਾਨਕ ਵੇਖੈ ਨਦਰ ਕਰ ਚੜ੍ਹੈ ਚਬਗਲ। ਬਨ ਮਹਾਰਾਜ ਕਹਿਣ ਲੱਗੇ, ਉਹਨੂੰ ਵੀ ਕਈ ਗੁਣਾ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ। ਮੈਂ ਬੇਨਤੀ ਕੇਵਲ ਕਹਿ ਰਿਹਾ, ਗੁਰੂ ਜੀ ਕਹਿ ਰਹੇ ਨੇ, ਕਹਿਣ ਲੱਗੇ ਭਾਈ ਧੰਦਾ ਉਹ ਨਾ ਕਰ ਜਿਹੜੇ ਕੋਝੇ ਧੰਦੇ ਨੇ, ਔਗਣਾਂ ਨਾਲ ਭਰੇ ਨੇ, ਮਾੜੇ ਕਰਮ ਨੇ। ਤਾਂ ਹੀ ਭਗਤ ਫਰੀਦ ਸਾਹਿਬ ਨੇ ਕਿਹਾ ਸੀ, ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ। ਇਹਦਾ ਮਤਲਬ ਜਿੰਨਾ ਕੰਮਾਂ ਵਿੱਚ ਚੰਗਾ ਗੁਣ ਕੋਈ ਨਹੀਂ, ਜਿਹਦੇ ਵਿੱਚ ਤੈਨੂੰ ਘਾਟਾ ਪੈ ਰਿਹਾ ਹੈ ਆਪ ਮਾੜੇ ਕਰਮ ਕਰਕੇ। ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀਂ, ਸਾਈਂ ਦੇ ਦਰਬਾਰ ਤੈਨੂੰ ਸਾਈਂ ਦੇ ਦਰ ਸ਼ਰਮਿੰਦਾ ਨਾ ਹੋਣਾ ਪਏ। ਗੁਰਮੁਖੋ ਮਹਾਰਾਜ ਇੱਥੇ ਕਹਿ ਰਹੀ ਹੈ, ਧੰਦੜੇ ਕੁਲਾਹ ਚਿਤ ਨਾ ਆਵੇ ਹਿਕੜੋ। ਕਹਿਣ ਲੱਗੇ ਕੋਝੇ ਧੰਦੇ ਕਰਨ ਦੇ ਨਾਲ ਕੁਲਾਹ ਦਾ ਅਰਥ ਲਾਹਾ ਕੋਈ ਨਹੀਂ ਹੋਣਾ, ਘਾਟਾ ਪੈਣਾ। ਚਿਤ ਨਾ ਆਵੇ ਹਿਕੜੋ, ਤੇ ਤੇਰੇ ਚਿੱਤ ਵਿੱਚ ਇੱਕ ਪਰਮਾਤਮਾ ਦੀ ਯਾਦ ਵਸਣੀ ਨਹੀਂ, ਬਲਕਿ ਤੈਨੂੰ ਭੁੱਲ ਜਾਏਗਾ। ਗੁਰਮੁਖੋ ਆਪ ਦੀ ਇਤਿਹਾਸ ਵਿੱਚੋਂ ਪੜ੍ਹੋ। ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ, ਪੂਰੀ ਹੋਈ ਕਰਾਮਾਤ ਅੰਦਰ ਕਹਿਣ ਲੱਗੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਗੁਰੂ ਜੀ ਦੇ ਦਰਬਾਰ ਵਿੱਚ ਕੁਝ ਸਿੱਖ ਆਏ ਤੇ ਪ੍ਰਾਤਨ ਸਿੱਖਾਂ ਦੇ ਨਾਮ ਨੇ ਸਾਨੂੰ ਜ਼ਰੂਰ ਚੇਤਾ ਰੱਖਣੇ ਚਾਹੀਦੇ। ਉਹਨਾਂ ਦੇ ਨਾਮ ਨੇ, ਇੱਕ ਸਿੱਖ ਆਇਆ ਭਾਈ ਮਈਆ, ਦੂਸਰਾ ਸਿੱਖ ਭਾਈ ਜਾਪਾ, ਤੀਜਾ ਭਾਈ ਨਈਆ, ਚੌਥਾ ਭਾਈ ਤੁਲਸਾ, ਪੰਜਵਾਂ ਭਾਈ ਤਾਰੂ, ਛੇਵਾਂ ਭਾਰੂ ਤੇ ਇੱਕ ਸਿੱਖ ਹੋਰ ਭਾਈ ਪਦਾਰਥ। ਇਹ ਗੁਰੂ ਕੇ ਸਿੱਖ ਆਏ। ਮੈਂ ਧੰਦੇ ਪ੍ਰਤੀ ਬੇਨਤੀ ਕਹਿ ਰਿਹਾ, ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਆ ਕੇ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਕਿਰਪਾ ਕਰਕੇ ਅਸੀਂ ਦੱਸਣਾ ਕਰੋ ਸਾਡਾ ਭਲਾ ਕਿਵੇਂ ਹੋਵੇ। ਅਸੀਂ ਗ੍ਰਸਤੀ ਮਾਂ ਧੰਦਿਆਂ ਵਿੱਚ ਰੁੱਝੇ ਹਾਂ, ਕੰਮਾਂ ਵਿੱਚ ਇੰਨੇ ਉਲਝੇ ਹਾਂ, ਕਈ ਵਾਰ ਸਾਨੂੰ ਸਾਡੀ ਸੁਰਤ ਬਾਣੀ ਨਾਮ ਨਾਲ ਜੁੜਦੀ ਕੋਈ ਨਹੀਂ। ਤੇ ਕਿਰਪਾ ਕਰੋ ਸਾਡਾ ਗ੍ਰਸਤੀਆਂ ਦਾ, ਧੰਦਾ ਕਰਨ ਵਾਲਿਆਂ ਦਾ, ਕਿਰਤ ਕਰਨ ਵਾਲਿਆਂ ਦਾ ਭਲਾ ਕਿਵੇਂ ਹੋਵੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ 3 ਬਚਨ ਕਹੇ। ਪਹਿਲਾ ਬਚਨ ਕਿਹਾ, ਕਹਿਣ ਲੱਗੇ, ਭਲਿਓ ਤੁਸੀਂ ਧੰਦਾ ਕਰਦੇ ਹੋ, ਕਿਰਤ ਪਰਿਵਾਰ ਪਾਲਦੇ ਹੋ, ਇੱਕ ਗੱਲ ਆਪਣੇ ਜੇਨ ਵਿੱਚ ਰੱਖ ਲਓ ਵੀ ਆਪਣੇ ਆਪ ਨੂੰ ਕਦੀ ਰਿਜ਼ਕ ਦਾਤਾ ਨਹੀਂ ਮੰਨਣਾ। ਪਹਿਲਾ ਬਚਨ ਇਹ ਨਾ ਜਾਣਿਓ ਵੀ ਸ਼ਾਇਦ ਅਸੀਂ ਰਿਜ਼ਕ ਕਮਾਉਣੇ ਆ, ਮਿਹਨਤ ਕਰਦੇ ਆ ਤਾਂ ਚੁੱਲ੍ਹੇ ਅੱਗ ਤੇ ਪਰਿਵਾਰ ਪਲਦਾ ਹੈ, ਤਾਂ ਪ੍ਰਸ਼ਾਦ ਪਾਣੀ ਪੱਕਦਾ ਹੈ। ਸਤਿਗੁਰੂ ਕਹਿਣ ਲੱਗੇ, ਆਪਣੇ ਆਪ ਨੂੰ ਰਿਜ਼ਕ ਦਾਤਾ ਨਹੀਂ ਮੰਨਣਾ, ਕਿਉਂਕਿ ਦਾਤਾਰ ਇੱਕ ਪਰਮਾਤਮਾ ਹੈ, ਉਹ ਬਹਾਨੇ ਰਾਹੀਂ ਦੇ ਰਿਹਾ ਹੈ। ਤੇ ਦੂਸਰਾ ਮਹਾਰਾਜ ਨੇ ਬਚਨ ਕਿਹਾ, ਕਹਿਣ ਲੱਗੇ ਜਿਵੇਂ ਤੁਸੀਂ ਧੰਦੇ ਨੂੰ, ਗ੍ਰਸਤੀ ਬੰਦਾ ਆਪਣੇ ਕੰਮਾਂ ਨੂੰ ਪਿਆਰ ਕਰਦਾ ਹੈ, ਉਹਨੂੰ ਹੁੰਦਾ ਵੀ ਕੰਮ ਫਟਾਫਟ ਨਿਬੇੜਦੇ ਆ, ਕਹਿਣ ਲੱਗੇ ਇਸ ਤਰ੍ਹਾਂ ਤੁਸੀਂ ਗੁਰੂ ਕੀ ਅੰਮ੍ਰਿਤ ਬਾਣੀ ਨੂੰ, ਸਤ ਸੰਗਤ ਨੂੰ, ਸੇਵਾ ਤੇ ਸਿਮਰਨ ਨੂੰ ਆਪਣਾ ਕੰਮ ਜਾਣ ਕੇ ਆਪਣੇ ਅੰਤਰ ਆਤਮੇ ਦਾ ਲਾਹਾ ਖੱਟਣ ਦੇ ਲਈ ਤੁਸੀਂ ਸੰਗਤ ਕਰਨੀ, ਨਾਮ ਜਪਣਾ, ਗੁਰਬਾਣੀ ਪੜਨ ਨੂੰ ਪ੍ਰੇਮ ਕਰਿਆ ਕਰੋ, ਜਿਵੇਂ ਤੁਸੀਂ ਧੰਦੇ ਨੂੰ ਪ੍ਰੇਮ ਕਰਦੇ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲਾ ਬਚਨ ਕਿਹਾ ਸੀ, ਕਹਿਣ ਲੱਗੇ ਮਨ ਅੜੀਅਲ ਘੋੜੇ ਦੀ ਤਰ੍ਹਾਂ
ਇਹ ਸਿੱਧੇ ਰਾਹ ਛੇਤੀ ਤੁਰਦਾ ਕੋਈ ਨਹੀਂ। ਬਾਣੀ ਨੇ ਤਾਂ ਹੀ ਗੁਰਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਮਨ ਹੋੜੀਐ। ਸਤਿਗੁਰੂ ਕਹਿਣਗੇ ਚੰਗਿਆਈ ਆਲਤ ਕਰੇ ਬੁਰਾਈ ਹੋਏ ਸ਼ੇਰ। ਸਾਹਿਬ ਕਹਿਣ ਲੱਗੇ ਮਨ ਛੇਤੀ ਕੀਤਿਆਂ ਇਹ ਗੁਰੂ ਦੇ ਮਾਰਗ ਤੇ ਤੁਰਦਾ ਕੋਈ ਨਹੀਂ। ਤੇ ਜਦੋਂ ਆਪਣਾ ਵਸ ਨਾ ਚੱਲੇ ਤੇ ਤੁਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ। ਅਰਦਾਸ ਕਰਕੇ ਕਹੋ ਸਤਿਗੁਰੂ ਸਾਡਾ ਮਨ ਅੰਤਰ ਆਤਮਾ ਤੇਰੀ ਅੰਮ੍ਰਿਤ ਗੁਰਬਾਣੀ ਅੰਮ੍ਰਿਤ ਵੇਲੇ ਨਾਲ ਨਾਮ ਨਾਲ ਭਗਤੀ ਬੰਦਗੀ ਨਾਲ ਜੁੜ ਸਕੇ। ਸਾਹਿਬ ਨੇ ਉਹਨਾਂ ਨੂੰ ਇੱਕ ਗੱਲ ਹੋਰ ਕਹੀ, ਗੁਰਬਾਣੀ ਪੜ੍ਹ ਵਿਚਾਰ ਕੇ ਤੇ ਇਹ ਗੱਲ ਜ਼ਰੂਰ ਖਿਆਲ ਕਰਨੀ ਹੈ ਵੀ ਕਿਆ ਗੁਰ ਕਹੈ ਕਹੇ ਹਮ ਕਹਾਂ ਸਨੇ ਸਨੇ ਮਾਨੇ ਮਨ ਮਹਾ। ਗੁਰੂ ਕੀ ਕਹਿੰਦਾ ਮੈਂ ਕੀ ਕਰਦਾ। ਜਿਹੜੇ ਬਚਨ ਗੁਰੂ ਕਹਿੰਦਾ ਉਹਨੂੰ ਸੱਤ ਬਚਨ ਕਹਿ ਕੇ ਕਮਾ ਲਓ ਤੇ ਜਿੱਥੋਂ ਗੁਰੂ ਵਰਜਦਾ ਉੱਥੋਂ ਕਿਨਾਰਾ ਕਰ ਜੋ ਤੁਹਾਡਾ ਭਲਾ ਹੋ ਜਾਏ। ਮਹਾਰਾਜ ਨੇ ਉਹਨਾਂ ਗ੍ਰਸਤੀਆਂ ਨੂੰ ਕਿਹਾ ਤੇ ਆਪਾਂ ਸਾਰਿਆਂ ਲਈ ਸਤਿਗੁਰੂ ਦਾ ਉਪਦੇਸ਼ ਹੈ। ਤਾਂ ਹੀ ਸਤਿਗੁਰੂ ਅੱਜ ਕਹਿ ਰਹੇ ਨੇ ਭਾਈ ਧੰਦੜੇ ਕੁਲਾ ਚਿਤ ਨਾ ਆਵੇ ਹਿਕੜੋ। ਕਹਿਣ ਲੱਗੇ ਉਹ ਧੰਦਾ ਜਿਹੜੇ ਕੋਝੇ ਧੰਦੇ ਨੇ ਮਾੜੇ ਕਰਮ ਨੇ ਜਿਹੜੇ ਔਗਣ ਨੇ ਉਹਨਾਂ ਦਾ ਤਿਆਗ ਕਰ ਦੇ, ਕਿਉਂਕਿ ਇਹਨਾਂ ਔਗਣਾਂ ਦਾ ਲਾਹਾ ਕੋਈ ਨਹੀਂ ਤੇ ਤੇਰੇ ਚਿੱਤ ਵਿੱਚੋਂ ਪਰਮਾਤਮਾ ਨੇ ਭੁੱਲ ਜਾਣਾ। ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ, ਸਤਿਗੁਰੂ ਕਹਿੰਦੇ ਆ ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਨ ਸੇ ਭਾਈ ਸੇ ਵੀਰ। ਮਹਾਰਾਜ ਕਹਿਣ ਲੱਗੇ ਜਿੰਨੇ ਔਗਣ ਨੇ ਨਾ ਉਹ ਇਸ ਤਰ੍ਹਾਂ ਨੇ ਮਾਨੋ ਗਲ ਵਿੱਚ ਪਈਆਂ ਫਾਈਆਂ ਜੰਜੀਰਾਂ ਦੀ ਤਰ੍ਹਾਂ ਨੇ। ਤੇ ਸਾਹਿਬ ਕਹਿਣ ਲੱਗੇ ਜਿਹੜੇ ਗੁਣ ਨੇ ਸਤ ਸੰਤੋਖ ਦਇਆ ਧਰਮ ਖਿਮਾ ਇਹ ਜਿਹੜੇ ਚੰਗੇ ਗੁਣ ਨੇ ਇਹ ਸਤਿਗੁਰੂ ਕਹਿਣ ਲੱਗੇ ਭਰਾਵਾਂ ਦੀ ਤਰ੍ਹਾਂ ਨੇ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਨਾ ਕਾ ਹੋਵੇ ਵਾਸਨਾ ਕੱਢ ਵਾਸ ਲੀਜੈ ਜੇ ਗੁਣ ਹੋਵਣ ਸਾਧਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਨੇ ਕੇਰੀ ਛੋੜ ਅਵਗੁਣ ਚੱਲੀਐ ਪਹਿਰੇ ਪਟੰਬਰ ਕਰ ਅਡੰਬਰ ਆਪਨੜਾ ਪਿੜ ਮਲੀਐ। ਮਹਾਰਾਜ ਕਹਿਣ ਲੱਗੇ ਸਿੱਖਾ ਤੂੰ ਆਪਣੇ ਜੀਵਨ ਅੰਦਰ ਗੁਨਾਹ ਦੀ ਸਾਂਝ ਕਰੀ, ਔਗੁਣਾਂ ਦਾ ਤਿਆਗ ਕਰੀ। ਗੁਣ ਮਾਨੋ ਕੀਮਤੀ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ। ਜਿਹੜਾ ਬੰਦਾ ਗੁਨਾਹ ਨਾਲ ਸਾਂਝ ਕਰਦਾ ਉਹ ਆਪਣੇ ਜੀਵਨ ਵਿੱਚੋਂ ਪਵਿੱਤਰ ਹੋ ਜਾਂਦਾ। ਸਤਿਗੁਰੂ ਨੇ ਇੱਥੇ ਬਚਨ ਵਰਤਿਆ ਕੋਝੇ ਧੰਦੇ ਤਿਆਗ ਦਿਓ ਤੇ ਪਰਮੇਸ਼ਵਰ ਦੇ ਨਾਮ ਦਾ ਪੱਲਾ ਪਕੜਨਾ। ਤੇ ਅਗਲਾ ਬਚਨ ਇੱਕ ਨਾਲ ਕਿਹਾ ਨਾਨਕ ਸੇਈ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੂੰ ਸਾਈਂ ਪਰਮਾਤਮਾ ਭੁੱਲ ਗਿਆ ਉਹਨਾਂ ਦਾ ਤਨ ਫੁੱਟ ਗਿਆ, ਭਾਵ ਉਹ ਵਿਕਾਰਾਂ ਵਿੱਚ ਖਚਤ ਹੋ ਗਏ, ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਚਲੇ ਗਏ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਭੁਲਾਇਆ। ਆਪਾਂ ਇੱਕ ਬਚਨ ਬਹੁਤ ਵਾਰੀ ਪੜ੍ਹਦੇ ਹਾਂ, ਹਰ ਬਿਸਰਤ ਸਦਾ ਖੁਆਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕਉ ਓਟ ਤੁਹਾਰੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਪਰਮੇਸ਼ਵਰ ਦੇ ਨਾਮ ਨੂੰ ਭੁੱਲ ਕੇ ਪੱਲੇ ਖੱਜਲ ਖੁਆਰੀ ਪਏਗੀ ਤੇ ਉਸ ਪੁਰਖ ਨੂੰ ਕਦੀ ਧੋਖਾ ਨਹੀਂ ਵਿਆਪਦਾ ਜਿਹੜਾ ਤੇਰੀ ਓਟ ਲੈ ਕੇ ਤੁਰਦਾ ਹੈ। ਪਰ ਅਗਲੇ ਬਚਨ ਵਰਤੇ, ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਬਿਨਾਂ ਪਰਮੇਸ਼ਵਰ ਦੇ ਨਾਮ ਤੋਂ ਜਿਹੜਾ ਜੀਵਨ ਲੰਘਦਾ ਪਿਆ ਹੈ ਉਹ ਇਸ ਤਰ੍ਹਾਂ ਮਾਨੋ ਮਹਾਰਾਜ ਕਹਿਣ ਲੱਗੇ ਜਿਵੇਂ ਸੱਪ ਦੀ ਜੂਨ ਭੋਗਦਾ ਪਿਆ। ਸਿਆਣੇ ਗੁਰਮੁਖ ਕਹਿੰਦੇ ਆ ਸੱਪ ਜ਼ਹਿਰ ਨਾਲ ਭਰ ਜਾਏ, ਕਹਿੰਦੇ ਉਹ ਪੱਥਰਾਂ ਨੂੰ ਵੀ ਡੰਗ ਮਾਰਦਾ ਹੈ। ਮੈਨੂੰ ਖਿਮਾ ਕਰਿਓ, ਬੰਦਾ ਵਿਕਾਰਾਂ ਨਾਲ ਭਰ ਜਾਏ ਤੇ ਬੰਦਾ ਅੱਜ ਬੰਦੇ ਨੂੰ ਡੰਗ ਮਾਰਦਾ ਪਿਆ। ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾਂ ਜੀਵਨ ਸੱਪ ਦੀ ਨਿਆਈ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ। ਅੱਗੇ ਬਚਨ ਵਰਤਿਆ ਨਵ ਖੰਡਨ ਕੋ ਰਾਜ ਕਮਾਵੇ ਜੇ ਕਿਤੇ ਪੂਰੀ ਕਾਇਨਾਤ ਸ੍ਰਿਸ਼ਟੀ ਦਾ ਰਾਜ ਭਾਗ ਵੀ ਤੂੰ ਕਾਇਮ ਕਰ ਲਵੇਂ। ਪਰ ਨਾਮ ਤੋਂ ਬਿਨਾ ਅੰਤ ਚੱਲੇ ਗੋ ਹਾਰੀ। ਅੰਤ ਤੂੰ ਨਾਮ ਤੋਂ ਬਿਨਾ ਜੀਵਨ ਦੀ ਬਾਜੀ ਹਾਰ ਕੇ ਜਾਏਗਾ। ਇਹ 'ਚ ਬਚਨ ਵਰਤਿਆ, ਕਹਿਣ ਲੱਗੇ ਭਲਿਆ ਨਾਨਕ ਸੇਈ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ। ਉਹਨਾਂ ਦਾ ਤਨ ਫੁੱਟ ਜਾਂਦਾ ਹੈ, ਵਿਕਾਰਾਂ ਵਿੱਚ ਵਿਅਰਥ ਚਲਿਆ ਜਾਂਦਾ ਹੈ ਜਿਨ੍ਹਾਂ ਨੂੰ ਨਾਮ ਭੁੱਲ ਜਾਏ। ਵੇਖੋ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਆਪ ਜੀ ਨੂੰ ਪਤਾ ਹੈ 4 ਉਦਾਸੀਆਂ ਕੀਤੀਆਂ। ਭਾਈ ਗੁਰਦਾਸ ਸਾਹਿਬ ਨੇ ਬਚਨ ਵਰਤਿਆ, ਕਹਿਣ ਲੱਗੇ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ
रेत अख आहार कर रोड़ा दी गुर करी बिछाई। ते अगले जिहड़े बचन वरते, बाबा पैंदा सचखंड नौ निध नाम गरीबी पाई। बाबा देखे ध्यान धर जलती सब पृथ्वी दिस आई। बाजो गुरु गवार है कर दी सुनी लुकाई। बाबे भेख बनाया उदासी की रीत चलाई। चढ़िया सोधन धरत लुकाई। गुरु नानक साहब महाराज इस धरत लुकाई नूं सोधन दे लई नौ निध खजाना, नाम दी दात ते निमरता दी दात लैके तुरे। ते चार उदासियां करके मनुखता नूं रब्बी उपदेश वंडिया। भरम दे विच पए लोकी रब्बी नाम तो टुट के विषयां दी जिंदगी जिउण वालियां नूं नाम दे रस्ते तोरिया। जिन्ना नाम भुलाया पहली उदासी नूं तुरे। ते महाराज दीपालपुर गए सन। लाहौर दे इलाके विच मिंट गुमरी जिला पैंदा है। ते जदों दीपालपुर गए ते नरंगे नाम दा एक कोड़ी मिलिया सी। मैं संखेप कहां, कोड़ दे रोग नाल कुरला रिहा है। सतगुरु ने उन बचन आख्या सी, कहन लगे भलिया अज तेरा शरीर रोगी हो गया है। पिंड दियां ने तेनू नगर तो बाहर कढ़ दिता है, गल विच झूठा बन दिता है, दूरों प्रसादा वगा के मार दिया। ए दस जदों शरीर तंदुरुस्त सी कदी रब दा शुक्र कीता है? उन्हें भुल बख्शा के कहा, महाराज नहीं, मेरा भला करो, मैनू बख्शो। गुरु नानक साहब महाराज ने उत्थे एक बचन उचारिया। महाराज ने कहा, कह लगे जदों नाम भुलदा जियो तपत है बारो बार। तप तप खपे बहुत बेकार। जय तन बाणी विसर जाए। जो इत्थे क्या नानक सेई तन फुटन। जय तन बाणी विसर जाए जो पक्का रोगी बिल लाए। मारे कहन लगे जिन्हां दी सुरत विचों नाम भुलदा है उन्हां दी जिंद तपदी है बार बार। ते ओ पक्के रोगी दी तरह, पक्के तो भाव जिवें कोड़ दा रोगी कर लौंदा है, अपने जीवन विच कर लौंदे ने। जय तन बाणी विसर जाए जो पक्का रोगी बिल लाए। फिर अगे महाराज ने क्या कहन लगे, बंदे कदी शुक्र नहीं करदा। जिन कन कीते अखी नाक, जिन जिहबा दिती बोले तात। जिस मालक ने सुनन लई कन दिते, देखन लई कीमती रतन आ अखां दितियां। मारे कहन लगे जिन कन कीते अखी नाक, सुनन वास्ते कन दिते, देखन वास्ते अखां दितियां। सुगंध दुर्गंध दा पता लग जाए तेनू नासका दिती। जिन जिहबा दिती बोले तात। तात दा अर्थ हुंदे बड़ी काहली नाल बोलदी आ। जिस मालक ने जुबान दिती रसना बोलण दे लई, ते महाराज ने अगले बचन कहे कदी शुक्र नहीं करदा। जिन मन राखिया अग्नि पाए, बाजै पवन आखै सब जाए। जिस मालक ने तेरे शरीर अंदर अगन टका के अंतर आत्मा टकाया ते श्वासां दी लड़ी चला दी। जिन मन राखिया अग्नि पाए, बाजै पवन आखै सब जाए। ते गुरु जी ने कहा भी करना ते भगती बंदगी इबादत सी, पर बंदे रब तो कीमती दात मनुखा जन्म लेके ते तू कर की रहा है। मारे कहन लगे जेता मोह प्रीत स्वाद, सब्बा कालख दागा दाग। दाग दोष मोह चलिया लाए, डर गए वैसन ना ही जाए। सतगुरु कहन लगे मनुखा जन्म लैके करनी ते भगती इबादत बंदगी सी, चंगे कर्म करने सी, पर वो कीते कोई नहीं। अपने विषय बकारां दी जिंदगी विच पै के शरीर ते दाग लाए बकारां दे, ते बकारां दी दाग दी बदौलत फिर तेनू रब्बी दर थां नहीं मिलदी। दाग दोष मोह चलिया लाए, डर गए वैसन ना ही जाए। अगे क्या कर्म मिलै आखन तेरा नाओ, जित लग तरना होर नहीं थाओ। हे भाई जे तू अपना भला चाहना है कि मेरा भला होवे, ते फिर गुरु की बख्शिश लै। गुरु की बख्शिश विचों नाम दी दात मिलेगी, चंगे कर्मां ते गुनां दी सिक्ख्या मिलेगी, जिहदी बदौलत तेरा भला होवेगा। इत्थे दीपालपुर दी धरती ते नरंगे कोड़ी दा कईयां इतिहास विच नूरा भी लिखिया है। सतगुरु गुरु नानक साहब महाराज ने उन्होंने तन की अरोगता भी बख्शी, ते कृपा करके उन्होंने मन अंतर आत्मे की अरोगता भी बख्शी। तन मन दे रोग तो मुक्त करके उन्होंने नाम की दात दी। इत्थे शब्द वरते नानक सेई तन फुटन। जिन्ना साई विसरै उन्हां दा तन फुट जांदा है, बकारां विच खचत हो जांदा है,
जिन्हां नूं परमात्मा दा नाम भुल जाए। हुण अगले बचन ने महला 5वां ते अगे कहन लगे सतगुरु गुरु अर्जन साहिब महाराज कहन लगे, प्रेतोह की तोण देवता तिन करनै हारे। सतगुरु कहन लगे, जे कोई गुरु दा पल्ला पकड़े ते गुरु मानो प्रेत तो भाव माड़े कर्मां तो, माड़े कर्म करन वालियां तो सतगुरु देवता बना दिंदे। आपां बाणी विच पढ़दे हां, बलिहारी गुर अपने दिवहाड़ी सदवार, जिन मानस ते देवते किए करत ना लागी बार। वेखो भट्ट साहिबाना ने बाणी विच एक बचन वरतिया, जे कोई गुरु दा पल्ला पकड़े, गुरु किन्नी को बख्शिश वरताउंदे आ। शब्द वरतदे आ, कच्चो कंचन भयो शब्द गुर सरवनै सुनियो। गुरु कच तो कंचन दी तरह, एक काचे ओदी कदर इन्नी नहीं ते गुरु कंचन मानो कीमती सोने दी तरह बना दिंदा है। कच्चो कंचन भयो शब्द गुर सरवनै सुनियो, पर बनाउंदा उदों है जदों कोई गुरु दे शब्द नूं सुनदा है। फिर कहन लगे, विख ते अमृत होयो नाम सतगुर मुख भणियो। गुरु मानो जहर नूं अमृत बना दिंदा है जदों कोई गुरु के दिते हुए नाम नूं अपनी सुरत विच धारण करदा है। विख ते अमृत होयो नाम सतगुर मुख भणियो, लोयो होयो लाल नदर सतगुर जद धारै। गुरु मानो एक लोहे नूं कीमती लाल बना दिंदा है जदों अपनी गुरु नदर अपनी मेहर दृष्टि करदा है। लोयो होयो लाल नदर सतगुर जद धारै, पाहन मानक करै ज्ञान गुर कयो विचारै। गुरु पत्थर नूं मानो कीमती मोती बना दिंदा है जदों कोई गुरु के उपदेश नूं कमा लैंदा है। पाहन मानक करै ज्ञान गुर कयो विचारै, काठों श्री खंड सतगुर कियो दुख दरिद्र तिन के गए। गुरु एक आम लकड़ नूं मानो कीमती चंदन वर्गी लकड़ बनाउंदा है। महाराज कहन लगे, काठों श्री खंड सतगुर कियो दुख दरिद्र तिन के गए। सतगुर चरण जिन परसिया से पास प्रेत सुर नर भये। जिन्हां ने गुरु चरनां दी टेक लई ते भट्ट साहिबान कहन लगे, ओ पशु बिरती तो मंद बिरती तो प्रेत बिरती तो गुरु ने किरपा करके उन्हां नूं मानो देवते बना दिता है। इत्थे शब्द वरतिया, कहन लगे, प्रेते प्रेतों की तोण देवता तिन करनै हारे। कहन लगे, उस करतार वाहिगुरु परमात्मा ने प्रेत बिरती मंद बिरती माड़ी बिरती नूं देवता बिरती बना दी। फिर मैं बेनती करा कि गुरु नानक साहिब महाराज उदासियां नूं तुरे, सज्जन ठग वर्गियां नूं तोलंबे दी धरती ते उपदेश दे के सज्जन पुरख बनाया। आंध्रा प्रदेश विच कजली नाम दा जंगल पैंदा है ते कौडे राक्षस नूं महाराज ने भला पुरख बना दिता। बंगाल दे इलाके विच धनपुर एक जगह पैंदी आ, नूर उनसा नाम दी उस जादूगरनी नूं जिहड़ी जादू राहीं परमा के ते मनुखता तो अपनी पूजा करवाउंदी सी, भै लोकां नूं डर विच रखदी सी। महाराज ने किरत करन वास्ते लाया ते उस सतगुरु गुरु नानक साहिब दे नाम नाल जोड़िया। मैं बेनती कह रहा, सतगुरु जदों किरपा करदे आ ते उदों देवता बिरती पैदा कर दिंदे आ। गुरमुख विद्वान ज्ञानी तरलोचन सिंह भमदी एक पुस्तक अंदर लिख दिया, दासतान सिख सल्तनत अंदर माधो दास बैरागी सतगुरु गुरु कलगीधर जी दी बख्शिश लैके पहला मिर्गी नूं तीर मारिया, ओदा पेट चाक होया ते निक्के बच्चे तड़पदे देख के हाथ विचों शास्त्र छड़ दिते, पर हत्थां विचों छड्डे, बिरती नहीं त्यागी। गुरमुखो जदों उसे माधो दास बैरागी बन गया ते उदों आए गए नूं पलंग ते बिठाउंदा है, फिर पलंग उल्टा के ते परत के ठहाके ला के इस तरह हसदा है जिवें शिकारी किसी नूं मौत दे घाट उतार के हसदा है। पर गुरु कलगीधर महाराज गए, जदों गुरु कलगीधर महाराज ने अपनी सबली मेहर दी नजर मारी ते एक बचन किया सी, कहन लगे, माधो दास मनुखा जन्म मिलिया है, बंदियां वाले कर्म कर। ते पूछया, महाराज मैं बंदा तेरा पर बंदियां वाले कर्म की? ते दसम पातशाह ने कहा सी,
ਕਹਿਣ ਲੱਗੇ ਬੰਦਿਆਂ ਵਾਲੇ ਕਰਮ ਪੁੱਛਨੇ ਆ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪੁੱਛ। ਬੰਦਿਆਂ ਵਾਲੇ ਕਰਮ ਪੁੱਛਨੇ ਆ, ਮਨੁੱਖਾਂ ਵਾਲੇ ਚੰਗੇ ਕਰਮ ਪੁੱਛਨੇ ਆ, ਕਦੀ ਚਮਕੌਰ ਦੀ ਗੜੀ ਨੂੰ ਪੁੱਛੀ ਜੇ ਬੰਦਿਆਂ ਵਾਲੇ ਕਰਮ ਪੁੱਛਨੇ ਆ, ਤੇ ਕਦੀ ਸਰਹੰਦ ਦੀਆਂ ਨੀਆਂ ਨੂੰ ਪੁੱਛੀ। ਜਦੋਂ ਸਾਰਾ ਇਤਿਹਾਸ ਸੁਣਿਆ, ਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਿਆ। ਤੇ ਗੁਰਮੁਖੋ ਮੈਂ ਬੇਨਤੀ ਕਰਾਂ, ਗੁਰੂ ਕਲਗੀਧਰ ਜੀ ਤੋਂ 5 ਤੀਰ ਬਖਸ਼ਿਸ਼ ਰੂਪੀ ਲੈ ਕੇ, 5 ਸਿੱਖ ਲੈ ਕੇ ਤੇ ਉਹਨਾਂ ਪਾਪ ਕਰਮ ਕਰਨ ਵਾਲਿਆਂ ਨੂੰ ਸੋਧਾ ਲਾਇਆ। ਤੇ ਜਿਸ ਦਿਨ ਗ੍ਰਿਫਤਾਰੀ ਵੀ ਹੋਈ ਤੇ ਯਾਦ ਰੱਖਿਓ, ਫਿਰ ਭਾਣਾ ਵੀ ਇਹੋ ਜਿਹਾ ਮੰਨਿਆ ਕਿ ਫਰਕਸ਼ਰ ਵਰਗੇ ਜ਼ਾਲਮਾਂ ਨੇ ਸਾਹਮਣੇ ਭਾਵੇਂ ਪੁੱਤ ਦਾ ਕਲੇਜਾ ਕੱਢ ਕੇ ਮੂੰਹ ਵਿੱਚ ਪਾਇਆ, ਤੇ ਤਾਂ ਵੀ ਗੁਰੂ का ਹੁਕਮ ਮੰਨ ਕੇ ਤੇ ਭਾਣਾ ਮੰਨ ਕੇ ਸ਼ਹਾਦਤ ਪ੍ਰਾਪਤ ਕਰ ਲਈ, ਪਰ ਆਪਣੇ ਸਿਦਕ ਤੋਂ ਡੋਲਿਆ ਨਹੀਂ। ਇਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਜਦੋਂ ਕੋਈ ਗੁਰੂ ਕੀ ਟੇਕ ਲੈਂਦਾ ਹੈ, ਕਿਰਪਾ ਲੈਂਦਾ ਹੈ, ਫਿਰ ਪ੍ਰੇ ਤੋਹ ਕੀ ਤੋਣ ਦੇਵਤਾ ਤਿਨ ਕਰਨੈ ਹਾਰੇ। ਗੁਰੂ ਮਾਨੋ ਪ੍ਰੇਤ ਨੂੰ ਦੇਵਤੇ ਦੀ ਤਰ੍ਹਾਂ ਭਾਵ ਚੰਗੇ ਗੁਣ ਭਰ ਦਿੰਦਾ ਹੈ। ਤੇ ਅਗਲੇ ਬਚਨ ਨੇ ਸਭੇ ਸਿੱਖ ਉਬਾਰਿਆਨ ਪ੍ਰਭ ਕਾਜ ਸੁਬਾਰੇ। ਗੁਰੂ ਆਪਣੇ ਗੁਰਸਿੱਖਾਂ ਨੂੰ ਉਬਾਰ ਲੈਂਦਾ ਹੈ। ਉਬਾਰਨ ਦਾ ਭਾਵ ਬਚਾ ਲੈਂਦਾ ਹੈ, ਆਪਣੀ ਬਖਸ਼ਿਸ਼ ਵਰਤਾ ਦਿੰਦਾ ਹੈ। ਆਪਾਂ ਨਿਤ ਬਚਨ ਪੜ੍ਹਦੇ ਹਾਂ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। सतगुर सिख के बंधन काटै, गुर का सिख बेकार ते हटै। सतगुर सिख को नाम धन दे, गुर का सिख वडभागी है। सतगुर सिख का हलत पलत सवारै, नानक सतगुर सिख को जी नाल समारै। ਇਹਦਾ मतलब गुरु अपने सिख ਨੂੰ ਉਬਾਰ ਲੈਂਦਾ ਹੈ। ਇਹਨੂੰ ਮਹਾਰਾਜ ਪ੍ਰਤਪਾਲਨਾ ਕਰਦੇ ਆ, ਨਾਮ ਦੀ ਦਾਤ ਦਿੰਦੇ ਆ, ਬਕਾਰਾਂ ਤੋਂ ਬਚਾਉਂਦੇ ਆ। ਬਚਨ ਵਰਤਿਆ ਸਭੇ ਸਿੱਖ ਉਭਾਰਿਆਨ ਪ੍ਰਭ ਕਾਜ ਸੁਭਾਰੇ, ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ। ਤੇ ਫਿਰ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਜਿਹੜੇ ਨਿੰਦਕ ਨੇ, ਜਿਹੜੇ ਝੂਠੇ ਨੇ, ਮੰਦ ਕਰਮਾਂ ਤੋਂ ਆਪਣੀ ਬਿਰਤੀ ਨੂੰ ਹਟਾਇਆ ਨਾ, ਸੱਚ ਜਾਣੋ ਉਹ ਗੁਰੂ ਦੇ ਪਰਮਾਤਮਾ ਦੇ ਦਰ ਸ਼ੋਭਾ ਨਹੀਂ ਪਾਉਂਦੇ, ਬਲਕਿ ਉਹਦੇ ਦਰਬਾਰ ਵਿੱਚੋਂ ਮਾਨੋ ਦੁਰਕਾਰੇ ਜਾਂਦੇ ਆ। ਉਹਦੇ ਦਰ ਸ਼ੋਭਾ ਨਹੀਂ ਪਾਉਂਦੇ। ਨਿੰਦਕ ਪਕੜ ਪਛਾੜਿਆਨ, ਮਾਨੋ ਗੁਰੂ ਉਹਨਾਂ ਨੂੰ ਪਕੜ ਕੇ ਪਟਕਾ ਕੇ ਮਾਰਦਾ ਹੈ। ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ। ਪਰ ਅਗਲਾ ਬਚਨ ਕਿਹਾ, ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸਾਡਾ ਪਰਮਾਤਮਾ, ਮਨੁੱਖਤਾ ਦਾ ਗੁਰੂ ਪਰਮਾਤਮਾ ਬੜਾ ਵੱਡਾ ਹੈ। ਤੇ ਜਦੋਂ ਕੋਈ ਉਸ ਮਾਲਕ ਦਾ ਪੱਲਾ ਪਕੜਦਾ ਹੈ ਤੇ ਉਹ ਗਿਆਤ ਆਉਂਦੀ ਹੈ ਕਿ ਆਪ ਸਾਜ ਸਵਾਰੇ। ਉਸ ਮਾਲਕ ਨੇ ਆਪ ਹੀ ਸ੍ਰਿਸ਼ਟੀ ਨੂੰ ਸਾਜਿਆ ਤੇ ਉਸ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਸਵਾਰਿਆ ਵੀ ਹੈ। ਇਹ ਸਾਰੀ ਕਿਰਪਾ ਉਸ ਮਾਲਕ ਪਰਮਾਤਮਾ ਦੀ ਬਣਾਈ ਹੈ। ਬਾਣੀ ਵਿੱਚ ਬਚਨ ਪੜ੍ਹਦੇ ਆ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਮਹਾਰਾਜ ਕਹਿਣ ਲੱਗੇ, ਜਿਸ ਪਾਸੇ ਵੀ ਵੇਖੋ ਉਹ ਇੱਕ ਪਰਮਾਤਮਾ ਵਰਤਦਾ ਪਿਆ। ਤੇ ਵਰਤਦਾ ਕਿਵੇਂ ਪਿਆ? ਕਹਿਣ ਲੱਗੇ, ਜਿਵੇਂ ਮਾਲਾ ਇੱਕ ਹੋਵੇ, ਉਹਦੇ ਬੇਅੰਤ ਮਣਕੇ ਨੇ, ਤੇ ਇੱਕ ਮਾਲਾ ਵਿੱਚ ਬੇਅੰਤ ਮਣਕੇ ਪਰੋਏ ਜਾਂਦੇ ਐ। ਇਸੇ ਤਰ੍ਹਾਂ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜ ਕੇ ਤੇ ਮਾਨੋ ਆਪਣੇ ਹੁਕਮ ਦੇ ਵਿੱਚ ਪਰੋ ਕੇ ਰੱਖਿਆ ਹੋਇਆ। ਏਕ ਮਨ ਸਤ ਏਕ ਸੂਤ, ਜੈਸੇ ਇੱਕ ਮਣਕੇ ਅੰਦਰ ਮਣਕੇ ਬਹੁਤੇ ਨੇ, ਮਾਲਾ ਇੱਕ ਹੈ। ਮਾਲਾ ਵਿੱਚ ਜਿਵੇਂ ਮਣਕੇ ਪਰੋਏ ਨੇ, ਇਵੇਂ ਮਾਲਕ ਨੇ ਉਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਪਰੋ ਕੇ ਰੱਖਿਆ ਹੋਇਆ। ਸੂਤ ਏਕ ਮਨ ਸਤ ਸਹੰਸ, ਜੈਸੇ ਓਤ ਪੋਤ ਪ੍ਰਭ ਸੋਈ। ਉਸ ਮਾਲਕ ਨੇ ਇਵੇਂ ਪਰੋਇਆ। ਇੱਥੇ ਬਚਨ ਵਰਤਿਆ, ਕਹਿਣ ਲੱਗੇ, ਨਾਨਕ ਕਾ ਪ੍ਰਭ ਵੱਡਾ ਹੈ, ਆਪ ਸਾਜ ਸਵਾਰੇ। ਉਸ ਮਾਲਕ ਨੇ ਸ੍ਰਿਸ਼ਟੀ ਨੂੰ ਸਾਜਿਆ, ਉਸ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਸਵਾਰਿਆ ਵੀ ਹੈ। ਫਿਰ ਬਚਨ ਵਰਤੇ ਪੌੜੀ। ਇਹ ਪੌੜੀ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਹੈ। ਮਾਰੇ ਕਹਿਣ ਲੱਗੇ, ਪ੍ਰਭ ਬੇਅੰਤ ਕਿਛ ਅੰਤ ਨਾਹੇ, ਸਭ ਤਿਸੈ ਕਰਨੇ। ਕਹਿਣ ਲੱਗੇ, ਉਹ ਪਰਮਾਤਮਾ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇ ਸਭ ਕੁਝ ਉਹ ਮਾਲਕ ਕਰਨ ਦੇ ਸਮਰੱਥ ਹੈ। ਅਗਮ ਅਗੋਚਰ ਸਾਹਿਬ
ਜੀਆਂ ਕਾ ਪਰਨਾ, ਤੇ ਨਾਲ ਬਚਨ ਵਰਤਿਆ ਅਗਮ। ਅਗਮ ਦਾ ਅਰਥ ਪਹੁੰਚ ਤੋਂ ਪਰੇ ਹੈ। ਅਗੋਚਰ ਦਾ ਅਰਥ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਨਾ, ਤੇ ਸਾਰੇ ਜੀਵ ਨੇ ਜਿਹੜੇ ਉਸ ਪਰਮਾਤਮਾ ਵਾਹਿਗੁਰੂ ਦੀ ਟੇਕ ਲੈਂਦੇ ਆ। ਇੱਥੇ ਬਚਨ ਵਰਤਿਆ ਉਸ ਮਾਲਕ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਤਾਂ ਹੀ ਬਾਣੀ ਵਿੱਚ ਪੜ੍ਹਦੇ ਹਾਂ, ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਪ ਬੁਲਾਵਾ, ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਨਾ, ਤੂੰ ਆਪੇ ਸਰਬ ਸਮਾਣਾ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜੇ ਕੋਈ ਲੱਖਾਂ ਮਨ ਕਾਗਜ਼ ਲਏ, ਨਾਨਕ ਕਾਗਜ਼ ਲੱਖ ਮਨਾ, ਪੜ ਪੜ ਕੀਚੈ ਭਾਉ। ਤੇ ਦਿਨ ਰਾਤ ਲੱਖਾਂ ਮਨ ਕਾਗਜ਼ ਤੇ ਪ੍ਰਮਾਤਮਾ ਦੀ ਸਿਫਤ ਲਿਖ ਕੇ ਪੜਦਾ ਵਿਚਾਰਦਾ ਰਹੇ, ਮਸੂ ਟੋਟ ਨਾ ਆਵਈ ਲੇਖਣ ਪਾਉਣ ਚਲਾਓ। ਕਹਿਣ ਲੱਗੇ ਸਿਆਹੀ ਦੀ ਟੋਟ ਨਾ ਆਵੇ, ਹਵਾ ਨੂੰ ਬਣਾ ਕੇ ਕਲਮ, ਤੇ ਦਿਨ ਰਾਤ ਲੱਖਾਂ ਮਨ ਕਾਗਜ਼ ਲੈ ਕੇ ਪਰਮਾਤਮਾ ਦੀ ਸਿਫਤ ਤੋਂ ਸੁਨਾਹ ਕੋਈ ਲਿਖਦਾ ਰਹੇ, ਪਰ ਕਹਿਣ ਲੱਗੇ ਤਾਂ ਵੀ ਭੀ ਤੇਰੀ ਕੀਮਤ ਨਾ ਪਵੈ। ਉਸ ਮਾਲਕ ਦੀ ਇੱਕ ਤਿਲ ਮਾਤਰ ਵੀ, ਨਾਨਕ ਕਾਗਜ਼ ਲੱਖ ਮਨਾ ਪੜ ਪੜ ਕੀਚੈ ਭਾਉ, ਮਸੂ ਟੋਟ ਨਾ ਆਵੀ ਲੇਖਣ ਪਾਉਣ ਚਲਾਓ। ਤੇ ਉਸ ਮਾਲਕ ਦੀ ਤਾਂ ਵੀ ਇੱਕ ਤਿਲ ਮਾਤਰ ਵੀ ਕੋਈ ਕੀਮਤ ਨਹੀਂ ਪਾ ਸਕਦਾ। ਸਤਿਗੁਰੂ ਨੇ ਇੱਥੇ ਬਚਨ ਵਰਤੇ, ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਨਾ। ਇਹ ਉਹ ਮਾਲਕ ਅਗਮ ਹੈ, ਪਹੁੰਚ ਤੋਂ ਪਰੇ ਹੈ ਇੰਦਰੀਆਂ ਦੀ, ਤੇ ਉਸ ਜੀਆਂ ਦਾ ਆਸਰਾ ਹੈ। ਸਾਰੇ ਜੀਵ ਉਸ ਦੀ ਟੇਕ ਲੈਂਦੇ ਆ। ਫਿਰ ਕਹਿਣ ਲੱਗੇ ਹਸਤ ਦੇ ਪ੍ਰਤਪਾਲ ਦਾ, ਭਰਨ ਪੋਖਣ ਕਰਨਾ। ਆਪਣਾ ਹੱਥ ਦੇ ਕੇ ਜੀਵਾਂ ਦੀ ਪ੍ਰਤਪਾਲਨਾ ਕਰਦਾ ਹੈ, ਭਰਨ ਪੋਖਣ ਕਰਨਾ, ਤੇ ਉਹ ਆਪ ਹੀ ਜੀਵਾਂ ਨੂੰ ਰਿਜ਼ਕ ਦੇ ਕੇ ਪਾਲਦਾ ਪਿਆ। ਤਾਂ ਹੀ ਅੰਮ੍ਰਿਤ ਬਾਣੀ ਨੇ ਕਿਹਾ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਦਾ ਦਾਤਾਰ ਮਾਲਕ ਹੈ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਗੁਰਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਸਾਹਿਬ ਕਹਿਣ ਲੱਗੇ ਇਹ ਬੰਦੇ ਤੂੰ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? ਉਸ ਮਾਲਕ ਦੀ ਟੇਕ ਲੈ, ਤੇ ਉਹਦੀ ਕਿਰਪਾ ਤੋਂ ਬਿਨਾਂ ਭਾਵੇਂ ਜਿੰਨੇ ਮਰਜੀ ਖੰਡ ਬ੍ਰਹਿਮੰਡ ਤੂੰ ਤਾਲਵੇਂ। ਇਹ ਗੱਲ ਯਾਦ ਰੱਖੀ, ਹੋਣਾ ਉਹ ਜੋ ਕਰਨਾ ਵਾਹਿਗੁਰੂ ਪਰਮਾਤਮਾ ਨੇ। ਦਾਤਾਰ ਇੱਕ ਹੈ, ਤੇ ਤਿੰਨ ਉਦਾਹਰਨਾਂ ਦਿੱਤੀਆਂ। ਪਹਿਲਾ ਬਚਨ ਕਿਹਾ, ਕਹਿਣ ਲੱਗੇ ਵੇਖ ਪਰਮਾਤਮਾ ਦਾਤਾ ਕੈਸਾ ਹੈ, ਉਹ ਮਾਂ ਦੇ ਉਦਰ ਵਿੱਚ ਵੀ ਬੱਚੇ ਨੂੰ ਰਿਜ਼ਕ ਦੇ ਕੇ ਪਾਲਦਾ ਪਿਆ। ਦੂਜਾ ਬਚਨ ਵਰਤਿਆ, ਕਹਿਣ ਲੱਗੇ ਕਦੀ ਕੱਛੂ ਕੰਮੀ ਨੂੰ ਵੇਖੀ, ਆਪਣੇ ਅੰਡੇ ਪਾਣੀ ਵਿੱਚੋਂ ਬਾਹਰ ਆ ਕੇ ਰੇਤਲੇ ਥਾਂ ਦਿੰਦੀ ਆ, ਖੁਦ ਪਾਣੀ ਵਿੱਚ ਚਲੀ ਜਾਂਦੀ ਆ। ਪਾਣੀ ਵਿੱਚ ਬੈਠ ਕੇ ਧਿਆਨ ਨਾਲ ਅੰਡਿਆਂ ਨੂੰ ਫੋੜਦੀ ਆ, ਤੇ ਕਦੀ ਉਹ ਆਪਣੇ ਬੱਚਿਆਂ ਨੂੰ ਲੈਣ ਨਹੀਂ ਆਉਂਦੀ, ਪਾਣੀ ਵਿੱਚ ਬੈਠੀ ਆਪਣੇ ਬੱਚਿਆਂ ਨੂੰ ਕੋਲ ਬੁਲਾ ਲੈਂਦੀ ਹੈ। ਤੇ ਮਹਾਰਾਜ ਕਹਿਣ ਲੱਗੇ ਪਰਮਾਤਮਾ ਨੇ ਕੱਚੂ ਕੰਮੀ ਨੂੰ ਤੇ ਦੁੱਧ ਦੀ ਦਾਤ ਵੀ ਨਹੀਂ ਦਿੱਤੀ, ਪਰ ਫਿਰ ਵੀ ਉਹਦੇ ਬੱਚਿਆਂ ਨੂੰ ਪਾਲਦਾ ਪਿਆ। ਤੀਜਾ ਬਚਨ ਵਰਤਿਆ, ਉਸ ਮਾਲਕ ਨੇ ਪੱਥਰਾਂ ਵਿੱਚ ਕੀਟ ਪੈਦਾ ਕੀਤੇ, ਤੇ ਕੀਟ ਪੈਦਾ ਕਰਕੇ ਜਿੱਥੋਂ ਦੀ ਅਨਾਜ ਤੇ ਗਲ ਦੂਰ ਦੀ, ਉੱਥੋਂ ਦੀ ਤੇ ਹਵਾ ਵੀ ਕ੍ਰੋਸ ਨਹੀਂ ਕਰਦੀ। ਪਰਮਾਤਮਾ ਤੇ ਪੱਥਰਾਂ ਵਿੱਚ ਵੀ ਕੀਟਾਂ ਨੂੰ, ਜੀਵਾਂ ਨੂੰ ਰਿਜ਼ਕ ਦੇ ਕੇ ਪਾਲਦਾ ਪਿਆ। ਸਭ ਨੂੰ ਪਾਲਣ ਵਾਲਾ ਉਹ ਹੈ। ਸ਼ਬਦ ਵਰਤਿਆ, ਰੇ ਚੇਤਸ ਕੀ ਨਾ ਦਇਆਲ ਦਮੋਦਰ, ਵਿਵੇ न जानस कोई, जे धावे ब्रह्मांड खंड को करता करे सुहुई। जननी केरे उदर उदक में पिंड किया 10 द्वारा, दे आहार अगन में रख है ऐसा खसम हमारा। कुम्मी जल माहे तन तिस बाहर, पंख खीर तिन नाही, पूर्ण परमानंद मनोहर समझ देख मन माही। ते अखीर ते क्या पाखन कीट गुप्त होए रहता, ता चो मार्ग नाही, कह तन्ना पूर्ण ताहू को मातरे जी डराही। इत्थे शब्द वरते महाराज ने, कहन लगे हस्त दे प्रतिपाल दा भरन पोखन करना। हथ दे के ओ वाहिगुरु परमात्मा सब जीवां दी प्रतिपालना करदा है, ते ओही सब नूं मानो रिजक दिंदा पिया। अखीर ते फिर जाके बचन वरतिया, कहन लगे भलिया मेहरबान बख्शिंद आप जप सच्चे तरना। तू उस मेहरबान
ते बख्शंद बिरती दे सुभाअ दा मालक है जेड़ा, उस मालक दी टेक लै, उस मालक दे नाम नू जप जप सच्चे धरना, ओदे नाम नू जप के तू भवजल नू पार कर जाएगा। ते अखीर ते क्या जी, जो तुद भावै सो भला, नानक दास शरणा। कह लगे ये अरदास करके क्या सतगुरु, जो तुहानू भाउंदा है वो बहुत भला है, मैं ते केवल तेरी चरण शरण विच आया। जो तुसी कर रहे हो, जो तुद भावै साई भली कार, तू सदा सलामत निरंकार। ये बेनती करके कह, जो आप जी हुक्म भाना वरताउंदे पए हो वो बहुत भला है, सब रहमत करे। अज धन गुरु अर्जुन साहिब सच्चे पातशाह जी का ये लड़ीवार अमृत बाणी विचों शब्द सी। आप समुची संगत का धन्नवाद, प्यार नाल बैठ के विचारां सुनिए। सिंह साहिबान बैठे ने, धन्नवाद। समुची प्रबंधक कमेटी का धन्नवाद। धन गुरु ग्रंथ साहिब सच्चे पातशाह महाराज, गुरु हरकृष्ण साहिब सच्चे पातशाह जी का कोटान कोट शुक्र है। विचार करदियां बेअंत भुल्लां हो जांदियां ने, खिमा करके बख्श देना जी। रल मिल फतेह दी सांझ पाओ, आखो जी वाहिगुरु जी का खालसा, वाहिगुरु जी की फतेह।